D4 जो देख रहे तमाम दोस्तों को दीपक भंडारी का नमस्कार। कोरोना के बाद ब्लैक फंगस, वाइट फंगस और अब येलो फंगस को लेकर भी उत्पात मचा हुआ है। आखिरकार ये क्या है, लोग सहमे हुए हैं, इसकी दवा नहीं मिल रही है। ये आखिरकार ये फंगस क्या है, क्या ये पहले भी थी या नहीं थी? आज हमारे साथ हैं सरकारी मेडिकल कॉलेज के ENT विभाग के मुखी प्रोफेसर डॉक्टर मंजीत सिंह और सहायक प्रोफेसर डॉक्टर कुलविंदर संधू। ये आपको बताएंगे, हमारे दर्शकों के लिए हम विशेष कार्यक्रम ये लेकर आए हैं कि आखिरकार ये फंगस क्या है और इससे बचने के क्या उपाय हैं कि ये फंगस एक से दूसरे को फैलता है या नहीं। अगर ये हो जाए तो इसके लिए क्या करना है। सत श्री अकाल डॉक्टर साहब, ਤੁਹਾਡਾ ਦੋਨਾਂ ਦਾ ਸਾਰੇ D4 ਚੈਨਲ 'ਚ ਡਾਕਟਰ ਸਵਾਗਤ ਹੈ। ਅੱਜ ਸਾਡਾ ਮਕਸਦ तमाम ਦਰਸ਼ਕਾਂ ਨੂੰ ਇਹ ਜੋ ਮਹਾਮਾਰੀ ਦੇ ਦੌਰਾਨ ਬਲੈਕ ਫੰਗਸ ਜਾਂ ਮਿਊਕਰਮਾਈਕੋਸਿਸ ਇੱਕ ਬਿਮਾਰੀ ਬਾਰੇ ਬਹੁਤ ਜ਼ਿਕਰ ਆ ਰਿਹਾ, ਬੜੀਆਂ ਥਾਵਾਂ ਤੇ ਇਹਦੇ ਕੇਸ ਮਿਲੇ ਆ, ਨੈਸ਼ਨਲ ਸਟੇਟ ਲੈਵਲ ਤੇ ਇਹਦੇ ਨਾਲ ਬਹੁਤ ਚਿੰਤਾ ਜਤਾਈ ਜਾ ਰਹੀ ਹੈ। ਸੋ ਸਾਡਾ ਇੱਕ ENT ਡਿਪਾਰਟਮੈਂਟ ਵੱਲੋਂ ਅੱਜ ਉਪਰਾਲਾ ਹੈ ਕਿ ਅਸੀਂ ਦਰਸ਼ਕਾਂ ਨੂੰ ਇਹਦੇ ਬਾਰੇ ਜਾਣਕਾਰੀ ਦਈਏ ਕਿ ਇਹ ਫੰਗਸ ਤੋਂ ਬਚਾਅ ਹੋ ਸਕੇ, ਇਹਦਾ ਠੀਕ ਸਮੇਂ ਦੇ ਨਾਲ ਠੀਕ ਤਰ੍ਹਾਂ ਇਲਾਜ ਹੋ ਸਕੇ। ਸੋ ਮੇਰੇ ਨਾਲ ਜਿਵੇਂ ਕਿ ਪ੍ਰੋਫੈਸਰ ਅਤੇ ਮੁਖੀ ਸਾਡੇ ਵਿਭਾਗ ਦੇ ਡਾਕਟਰ ਮਨਜੀਤ ਸਿੰਘ ਜੀ ਮੌਜੂਦ ਨੇ। ਸੋ ਸਭ ਤੋਂ ਪਹਿਲਾਂ ਸਾਡਾ ਫਰਜ਼ ਹੈ ਕਿ ਆਪਾਂ ਜਾਣਕਾਰੀ ਦਈਏ ਕਿ ਅਸਲ ਦੇ ਵਿੱਚ ਇਹ ਜੋ ਬਿਮਾਰੀ ਦਾ ਜ਼ਿਕਰ ਵੱਧ ਆਇਆ ਪਿਛਲੇ ਕੁਝ ਦਿਨਾਂ ਦੇ ਵਿੱਚ, ਮਿਊਕਰਮਾਈਕੋਸਿਸ, ਇਹਦੇ ਬਾਰੇ ਡਾਕਟਰ ਸਾਹਿਬ ਹੁਣ ਚਾਨਣਾ ਪਾਉਣਗੇ ਕਿ ਇਹ ਅਸਲ ਬਿਮਾਰੀ ਇਹ ਕੀ ਹੈ। ਸਰ। ਡਾਕਟਰ ਕੁਲਵਿੰਦਰ, ਇਹ ਮਿਊਕਰਮਾਈਕੋਸਿਸ ਇੱਕ ਐਪੀਡੈਮਿਕ ਇਨ ਪੈਂਡੈਮਿਕ ਹੈ। ਪੈਂਡੈਮਿਕ ਬਿਮਾਰੀ WHO ਵੱਲੋਂ ਡਿਕਲੇਅਰ ਹੋਈ ਹੈ ਆਲ ਓਵਰ ਦਾ ਵਰਲਡ। ਇਹਦਾ ਨਾਂ COVID-19 ਹੈ ਔਰ ਇਹ COVID-19 ਦੇ ਵਿੱਚ ਜਿਹੜੀਆਂ ਦਵਾਈਆਂ ਯੂਜ਼ ਹੁੰਦੀਆਂ, ਜਿਵੇਂ ਕਿ ਕੁਛ ਲੋਕਾਂ ਨੂੰ ਜਿਹੜੇ ਲੇਮੈਨ ਹੈ ਉਹ ਘਰ ਦੇ ਵਿੱਚ ਬੈਠੇ ਹੀ ਸੁਣ ਕੇ ਉਹ ਸਟੀਰੋਇਡ ਦੀ ਜ਼ਿਆਦਾ ਮਾਤਰਾ 'ਚ ਲੈ ਲੈਂਦੇ ਹੈ, ਜਾਂ ਜਦੋਂ ਇਹ ਬਿਮਾਰੀ ਦੀਆਂ ਕੰਪਲੀਕੇਸ਼ਨਾਂ ਕਰਕੇ ਕਈ ਵਾਰ ਹਾਈਪਰਗਲਾਈਸੀਮੀਆ, ਕਿਸੇ ਦੀ ਸ਼ੂਗਰ ਦਾ ਲੈਵਲ ਉਹ 300, 400, 500 ਮਿਲੀਗ੍ਰਾਮ ਤੱਕ ਵੀ ਪਹੁੰਚ ਜਾਂਦਾ ਹੈ, ਤਾਂ ਇਹ ਜਿਹੜੀ ਮਿਊਕਰਮਾਈਕੋਸਿਸ ਹੈ ਉਹ ਪੇਸ਼ੈਂਟ ਦੇ ਵਿੱਚ ਆਪਣਾ ਅਟੈਕ ਕਰ ਜਾਂਦੀ ਹੈ। ਕਿਉਂਕਿ ਇਹ ਜਦੋਂ ਇਮਿਊਨੋ ਕੰਪਰੋਮਾਈਜ਼ਡ ਹੋ ਜਾਂਦਾ ਪੇਸ਼ੈਂਟ, ਜਿਹੜੇ ਤਾਂ ਇਮਿਊਨੋ ਕੰਪੀਟੈਂਟ ਪੇਸ਼ੈਂਟ ਹੈਗੇ ਆ, ਜਿਵੇਂ ਕਿ ਉਹ ਆਪਣੀ ਹਵਾ ਦੇ ਵਿੱਚ ਆਪਾਂ ਨੂੰ ਪਤਾ ਹੈ ਬਈ ਇਹ ਫੰਗਲ ਸਪੋਰਸ ਹੁੰਦੇ ਆ, ਉਹ ਫੰਗਲ ਸਪੋਰਸ ਸਾਡੇ ਨੱਕ ਦੇ ਵਿੱਚ ਜਾਂਦੇ ਆ ਤਾਂ ਨੱਕ ਦੇ ਵਿੱਚੋਂ ਸਾਡੇ ਗਲੇ 'ਚ ਚਲੇ ਜਾਂਦੇ ਆ, ਅਤੇ ਗਲੇ ਤੋਂ ਬਾਅਦ ਅਸੀਂ ਅੰਦਰ ਲੈ ਜਾਂਦੇ ਹਾਂ, ਤਾਂ ਉਹ ਸਾਡੇ 'ਤੇ ਅਟੈਕ ਨਹੀਂ ਕਰ ਸਕਦੇ ਬਿਕਾਜ਼ ਅਸੀਂ ਇਮਿਊਨੋ ਕੰਪੀਟੈਂਟ ਹੁੰਦੇ ਹਾਂ। ਪਰ ਜਦੋਂ ਮਰੀਜ਼ ਸਟੀਰੋਇਡ ਲੈਂਦਾ ਜਾਂ ਇਹ ਆਪਣੇ ਹਾਈਪਰਗਲਾਈਸੀਮੀਆ ਲੈਂਦਾ, ਜਾਂ ਕਈ ਵਾਰੀ ਆਕਸੀਜਨ ਸਿਲੰਡਰ ਦੇ ਵਿੱਚ ਵੀ ਬਿਕਾਜ਼ ਆਫ ਦਾ ਕੰਟੈਮੀਨੇਸ਼ਨ ਕਰਕੇ ਕਈ ਵਾਰੀ ਉਹ ਹਿਊਮਿਡੀਫਾਈ ਏਅਰ ਕਰਨ ਨੂੰ ਜਿਹੜੀ ਹੈ ਕਰਨ ਵਾਸਤੇ ਪਾਣੀ ਹੈ ਉਹ ਵੀ ਆਪਣਾ ਜਿਹੜਾ ਸਟਰਲਾਈਜ਼ ਨਾ ਹੋਣ ਕਰਕੇ ਜਾਂ ਡਿਸਟਿਲਡ ਵਾਟਰ ਨਾ ਹੋਣ ਕਰਕੇ ਫੰਗਲ ਸਪੋਰ ਉੱਥੇ ਹੁੰਦੇ ਆ, ਤਾਂ ਉਹ ਇਹ ਮਰੀਜ਼ ਉਸ ਨੂੰ ਲੈ ਲੈਂਦੇ ਆ। ਉਹ ਇੰਜੈਕਸ਼ਨਲ ਭਾਵੇਂ ਉਹ ਖਾਂਦੇ ਆ ਤਾਂ ਉਹ GI ਟਰੈਕ ਦੇ ਵਿੱਚ ਆਉਂਦਾ, ਜੇ ਇਨਹੇਲ ਕਰਦੇ ਆ ਤਾਂ ਉਹ ਨੱਕ ਦੇ ਵਿੱਚ ਹੁੰਦੇ ਆ। ਤਾਂ ਇਹ ਮਿਊਕਰਮਾਈਕੋਸਿਸ ਨੱਕ ਦੇ ਰਾਹੀਂ ਸਾਡੇ ਸਰੀਰ 'ਤੇ ਅਟੈਕ ਕਰਦੀ ਹੈ। ਉਹ ਇਸੇ ਕਰਕੇ ਹੀ ਇਹਨੂੰ ਮਿਊਕਰਮਾਈਕੋਸਿਸ ਦਾ ਨਾਂ ਇਹ ਦਿੱਤਾ ਹੋਇਆ ਕਿ ਰਾਈਨੋ ਨੱਕ ਦਾ ਨਾਂ ਹੈ, ਰਾਈਨੋ ਔਰਬਿਟੋ ਅੱਖ ਦਾ ਨਾਂ ਹੈ, ਅਤੇ ਫਿਰ ਸੈਰੀਬਰਲ ਵੀ ਨੱਕ ਦੇ ਵਿੱਚੋਂ ਇਹ ਜਾਂਦੀ ਹੈ ਅਤੇ ਫਿਰ ਅੱਖ 'ਚ ਚਲੀ ਜਾਂਦੀ ਹੈ, ਅਤੇ ਫਿਰ ਅੱਖ ਤੋਂ ਬਾਅਦ ਇਹ ਬ੍ਰੇਨ ਦੇ ਵਿੱਚ ਚਲੀ ਜਾਂਦੀ ਹੈ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਅੱਛਾ ਦੱਸਿਆ। ਔਰ ਮੈਂ ਆਪਣੇ ਪਿੰਡ ਦੇ ਇਲਾਕੇ ਦੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਵੇਂ ਡਾਕਟਰ ਸਾਹਿਬ ਨੇ ਟੈਕਨੀਕਲ ਟਰਮਸ ਦੇ ਨਾਲ ਬੜਾ ਅੱਛਾ ਸਮਝਾਇਆ। ਹਾਈਪਰਗਲਾਈਸੀਮੀਆ ਦਾ ਮਤਲਬ ਹੈ ਕਿ ਅਗਰ ਅਸੀਂ ਸ਼ੂਗਰ ਤੋਂ ਪੀੜਤ ਹਾਂ ਤਾਂ ਅਸੀਂ ਆਪਣੀ ਸ਼ੂਗਰ ਨੂੰ ਕੰਟਰੋਲ 'ਚ ਨਹੀਂ ਰੱਖਦੇ। ਸੋ ਜਿਸ ਤਰ੍ਹਾਂ ਸਾਡੀ ਸ਼ੂਗਰ ਸਾਡੇ ਸਰੀਰ ਵਾਸਤੇ ਖਤਰਨਾਕ ਹੈ, ਇਹ ਕਈ ਜੀਵਾਣੂਆਂ ਦੇ ਵਧਣ ਫੁੱਲਣ ਦਾ ਮਾਧਿਅਮ ਹੈ। ਸੋ ਸ਼ੂਗਰ ਕੰਟਰੋਲ 'ਚ ਨਹੀਂ ਹੈ, ਕਰੋਨਾ ਦਾ ਅਟੈਕ ਆ ਗਿਆ। ਇਸ ਤੋਂ ਇਲਾਵਾ ਸਟੀਰੋਇਡ ਦੀ ਵਰਤੋਂ ਇਸ ਬਿਮਾਰੀ 'ਚ ਆਮ ਕੀਤੀ ਜਾਂਦੀ ਹੈ। ਸੋ ਇਮਿਊਨੋ ਕੰਪਰੋਮਾਈਜ਼ ਤੇ ਇਮਿਊਨੋ ਕੰਪੀਟੈਂਟ ਵਰਡ ਦਾ ਮਤਲਬ ਇੱਥੇ ਇਹ ਹੈ ਕਿ ਬਿਮਾਰੀ ਨਾਲ ਲੜਨ ਦੀ ਸ਼ਕਤੀ। ਸੋ ਜਿਹੜੇ ਬਿਮਾਰ ਕੋਰੋਨਾ ਮਰੀਜ਼ 'ਚ ਪਹਿਲਾਂ ਹੀ ਵੀਕਨੈਸ ਆ ਚੁੱਕੀ ਹੈ, ਸ਼ੂਗਰ ਵਧਣ ਨਾਲ ਔਰ ਸਟੀਰੋਇਡ ਦੇ ਖਾਣ ਨਾਲ ਉਹਦੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ।
ਉਸ ਟਾਈਮ ਇਹ ਜਿਹੜੀ ਫੰਗਸ ਸਾਡੇ ਡਾਕਟਰ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਸਾਡੇ এনवायरमेंट 'ਚ ਇਹਦੇ ਜਿਹੜੇ ਸਪੋਰ ਇੱਕ ਕਿਸਮ ਦੇ ਬੀਜ ਨੇ, ਉੜਦੇ ਫਿਰਦੇ ਆ, ਘੱਟੇ ਤੇ ਨੇ। ਆਮ ਇਨਸਾਨ ਨੂੰ ਇਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹਦੀ ਲੜਨ ਦੀ ਸ਼ਮਤਾ ਜਿਹੜੀ ਸ਼ਕਤੀ ਹੈ ਨਾਰਮਲ ਹੈ, ਔਰ ਇਹ ਜਿਹੜਾ ਕਰੋਨਾ ਦਾ ਮਰੀਜ਼ ਉਹਦਾ ਸ਼ਿਕਾਰ ਹੋ ਜਾਂਦਾ। ਸੋ ਡਾਕਟਰ ਸਾਹਿਬ, ਅਗਲਾ ਹੁਣ ਮੈਂ ਪੁੱਛਣਾ ਚਾਹੂੰਗਾ ਜਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਇਸ ਬਿਮਾਰੀ ਮਹਾਮਾਰੀ ਦੇ ਦੌਰਾਨ ਇਹ ਚਿੰਤਾ ਦਾ ਵਿਸ਼ਾ ਤਾਂ ਇਸ ਲਈ ਬਣ ਗਿਆ ਕਿ ਬਹੁਤ ਸਾਰੇ ਲੋਕ ਬਿਮਾਰੀ ਨਾਲ ਲੜਨ ਦੀ ਸ਼ਕਤੀ ਇਸ ਕਰਕੇ ਕਰੋਨਾ ਕਰਕੇ, ਜਾਂ ਜੇ ਉਹ ਸ਼ੂਗਰ ਦੇ ਮਰੀਜ਼ ਨੇ, ਜੇ ਉਹ ਸਟੀਰੋਇਡ ਖਾਦੇ, ਸ਼ਕਤੀ ਘਟ ਗਈ ਔਰ ਉਹ ਮਿਊਕਰਮਾਈਕੋਸਿਸ ਨੂੰ ਇੱਕ ਚਾਂਸ ਮਿਲਿਆ ਕਿ ਉਹਨਾਂ ਨੂੰ ਅਟੈਕ ਕਰ ਦਿੱਤਾ। ਇਹ ਜਿਹੜੀ ਮਿਊਕਰਮਾਈਕੋਸਿਸ ਹੈ ਇਹਨਾਂ ਵਜ੍ਹਾ ਦੇ ਨਾਲ ਇਹ ਫੈਲ ਰਹੀ ਹੈ ਸੋਸਾਇਟੀ 'ਚ, ਕਿਉਂਕਿ ਕਰੋਨਾ ਦੇ ਦੌਰਾਨ ਪੇਸ਼ੈਂਟ ਮਰੀਜ਼ ਬੜੇ ਬਣ ਰਹੇ ਨੇ ਜਿਨ੍ਹਾਂ ਦੀ ਬਿਮਾਰੀ ਨਾਲ ਲੜਨ ਦੀ ਸ਼ਮਤਾ ਘਟ ਗਈ ਹੈ, ਸ਼ਕਤੀ ਘਟ ਗਈ ਹੈ। ਸੋ ਹੁਣ ਆਪਾਂ ਥੋੜਾ ਜਿਹੜੀ ਵਾਈਟ ਫੰਗਸ ਜਾਂ ਕੈਂਡੀਡਾਈਸਿਸ ਬਾਰੇ ਪਿੱਛੇ ਸੋਸ਼ਲ ਮੀਡੀਆ ਤੇ ਆਇਆ, ਜਾਂ ਯੈਲੋ ਫੰਗਸ ਬਾਰੇ, ਉਹਦੇ ਬਾਰੇ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਕਿ ਉਹਦੇ ਬਾਰੇ ਕਿੰਨਾ ਚਿੰਤਾ ਵਿਚਾਰ ਕਰਨ ਦੀ ਲੋੜ ਹੈ। ਇਹ ਮਿਊਕਰ ਦਾ ਮਤਲਬ ਬਲੈਕ ਫੰਗਸ ਹੈ, ਕਾਲੀ ਫੰਗਸ ਹੈ। ਤੇ ਜਿਹੜੀ ਹੈ ਵਾਈਟ ਫੰਗਸ ਹੈ, ਇਹ ਕੈਂਡੀਡਾ ਅਲਬੀਗੰਸ ਕਹਿੰਦੇ ਆ ਇਹਨੂੰ, ਚਿੱਟੀ ਫੰਗਸ ਹੈ। ਔਰ ਤੀਜੀ ਹੈਗੀ ਹੈ ਕਿ ਯੈਲੋ ਫੰਗਸ ਹੈ ਜਿਹੜੀ ਕਿ ਸਾਡੇ ਗਾਜ਼ੀਆਬਾਦ ਦੇ ਵਿੱਚ ਰਿਪੋਰਟਡ ਹੈ। ਹੁਣ ਇਹਦੇ ਕਰੀਬ ਦੇ ਸਾਡੇ ਕੋਲੇ 10,000 ਕੇਸਿਸ ਦੇ ਕਰੀਬ ਸਾਡੇ ਇੰਡੀਆ ਦੇ ਵਿੱਚ ਇਹ ਰਿਪੋਰਟ ਹੋ ਚੁੱਕੇ ਹੈ। ਔਰ 10,000 ਕੇਸਿਸ ਦੇ ਇਹ ਜੇ 2 ਜਾਂ 3 ਕੇਸ ਵੀ ਹੋ ਜਾਣ ਕਿਸੇ ਵੀ ਪਰਟੀਕੂਲਰ ਬਿਮਾਰੀ ਦੇ ਤਾਂ ਉਸ ਨੂੰ ਐਪੀਡੈਮਿਕ ਡਿਕਲੇਅਰ ਕੀਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਸਾਡੇ ਸੈਂਟਰਲ ਗਵਰਨਮੈਂਟ ਵੱਲੋਂ ਇਸ ਡਿਜ਼ੀਜ਼ ਨੂੰ ਨੋਟੀਫਾਈ ਕਰ ਦਿੱਤਾ ਗਿਆ। ਇਹ ਨੋਟੀਫਾਈਡ ਡਿਜ਼ੀਜ਼ ਹੈ ਜਿਹਦੇ ਕਿ ਸਾਡੇ ਕੋਲ 10,000 ਕੇਸਿਸ ਕਰੀਬ ਆ ਚੁੱਕੇ ਹੈ। ਔਰ ਇਹਨਾਂ ਦੇ ਵਿੱਚ ਇਹਨਾਂ ਨੂੰ ਡੀਲ ਕਰਨ ਵਾਸਤੇ ਵੀਡੀਓ ਕਾਨਫਰੰਸਿੰਗ ਤੇ ਵੈਬੀਨਾਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦਿੱਲੀ ਵੀ ਦੇ ਡਾਕਟਰਸ ENT ਦੇ ਡਾਕਟਰਸ ਵੱਲੋਂ ਕੀਤਾ ਜਾ ਰਿਹਾ ਹੈ। ਔਰ ਕੱਲ ਪਰਸੋਂ ਹੀ ਕਰੀਬ PGI PGI ਚੰਡੀਗੜ੍ਹ ਦੇ ਡਾਕਟਰਸ ਵੱਲੋਂ ਵੀ ਇਹ ਵੈਬੀਨਾਰ ਕੀਤਾ ਗਿਆ, ਜਿਸ ਵਿੱਚ ਮਿਊਕਰਮਾਈਕੋਸਿਸ ਕੀ ਹੈ, ਮਿਊਕਰਮਾਈਕੋਸਿਸ ਦੀ ਪ੍ਰੀਵੈਂਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ, ਮਿਊਕਰਮਾਈਕੋਸਿਸ ਦੇ ਮਰੀਜ਼ਾਂ ਦੇ ਕੀ ਲੱਛਣ ਹੁੰਦੇ ਹੈ, ਇਹਨਾਂ ਦਾ ਕੀ ਇਲਾਜ ਹੈ ਕਰਨਾ, ਔਰ ਉਹ ਅਸੀਂ ਸਾਰੇ ਇਹਦੇ ਬਾਰੇ ਡਿਸਕਸ਼ਨ ਹੋਇਆ ਹੈ। ਸੋ ਥੈਂਕ ਯੂ ਡਾਕਟਰ ਸਾਹਿਬ। ਹੁਣ ਆਪਾਂ ਆਪਣੇ ਆਮ ਦਰਸ਼ਕਾਂ ਨੂੰ ਇਹਦੇ ਜਿਹੜੇ ਲੱਛਣ ਨੇ ਕਿ ਹੁਣ ਅਗਰ ਤਾਂ ਹਸਪੀਟਲ 'ਚ ਮਰੀਜ਼ ਹੋਏਗਾ ਉਹਦੇ ਲੱਛਣਾਂ ਦੀ ਮੋਨੀਟਰਿੰਗ ਡਾਕਟਰ ਲੈਵਲ ਤੇ ਹੋਏਗੀ, ਲੇਕਿਨ ਘਰੇ ਕਿਸੇ ਵੇਲੇ ਬੰਦਾ ਇਗਨੋਰੈਂਟ ਹੋ ਸਕਦਾ ਹੈ। ਇਹਦੇ ਬਾਰੇ, ਇਹਦੇ ਆਮ ਲੱਛਣਾਂ ਬਾਰੇ ਆਪਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੀਏ। ਡਾਕਟਰ ਕੁਲਵਿੰਦਰ, ਇਹ ਪੇਸ਼ੈਂਟ ਦੇ ਜਿਹੜਾ ਮਿਊਕਰਮਾਈਕੋਸਿਸ ਦੇ ਪੇਸ਼ੈਂਟ ਦੇ ਅੱਖ ਦਾ ਬਲਜ ਹੋਣਾ, ਅੱਖ ਬਾਹਰ ਨੂੰ ਨਿਕਲ ਆਉਂਦੀ ਹੈ। ਦੂਜੀ ਇਹਦੇ ਵਿੱਚ ਬਲੈਕ ਪੈਚ ਵੀ ਕਈ ਵਾਰੀ ਸਕਿਨ ਦੇ ਉੱਤੇ, ਜਿਵੇਂ ਗਲ ਦੇ ਉੱਤੇ ਬਲੈਕ ਪੈਚ ਹੋ ਜਾਂਦਾ। ਫਿਰ ਅਸੀਂ ਡਾਕਟਰ ਮੂੰਹ ਖੋਲ ਕੇ ਕਈ ਵਾਰੀ ਦੇਖਦੇ ਹਾਂ ਤਾਂ ਹਾਰਡ ਪੈਲੇਟ ਮੂੰਹ ਦੇ ਵਿੱਚ ਉੱਪਰਲਾ ਤਾਲੂ ਹੈ, ਤਾਲੂ ਦੇ ਵਿੱਚ ਵੀ ਕਈ ਵਾਰੀ ਕਾਲਾ ਪੁਆਇੰਟ ਆ ਜਾਂਦਾ। ਇਸ ਬਿਮਾਰੀ ਨੂੰ ਅਸੀਂ ਡਾਇਗਨੋਸ ਕਰਨ ਵਾਸਤੇ ਇਹਦੇ ਟੈਸਟ ਕਰਵਾਉਣੇ ਆ। ਟੈਸਟ ਅਸੀਂ ਉਹ ਨੱਕ ਦੇ ਵਿੱਚੋਂ ਸਵੈਬ ਲੈਂਦੇ ਆ। ਨੱਕ ਦੇ ਵਿੱਚੋਂ ਸਵੈਬ ਲੈਣ ਤੋਂ ਬਾਅਦ ਨੇਜ਼ਲ ਸਵੈਬ ਕਹਿੰਦੇ ਆ, ਉਹ ਐਕਸਪਰਟ ਡਾਕਟਰ ਹੀ ਲੈ ਸਕਦੇ ਆ। ਨੇਜ਼ਲ ਐਂਡੋਸਕੋਪੀ ਜਾਂ ਡਾਇਗਨੋਸਟਿਕ ਨੇਜ਼ਲ ਐਂਡੋਸਕੋਪੀ ਨਾਲ ਸਵੈਬ ਲੈ ਲਿਆ। ਸਵੈਬ ਨੂੰ ਅਸੀਂ ਕੇਅਰ 'ਚ ਮਾਊਂਟ ਕਰਕੇ ਉਹਦੀ ਮਾਈਕਰੋਬਾਇਓਲੋਜੀ ਉਹਦੇ ਵਿੱਚ ਟੈਸਟ ਕਰਦੇ ਆ। ਫਿਰ ਕਈ ਵਾਰੀ ਸਾਨੂੰ ਜਦੋਂ ਇਹ ਨੈਗੇਟਿਵ ਆ ਜਾਏ ਤਾਂ ਫਿਰ ਸਕ੍ਰੈਪਿੰਗ ਵੀ ਲੈ ਸਕਦੇ ਆ। ਉਹ ਸਕ੍ਰੈਪਿੰਗ ਵੀ KH ਦੀ ਉਹ ਕੰਮ ਕਰਕੇ ਅਸੀਂ ਤੇ ਉਹਨੂੰ ਅਸੀਂ ਇਹਦਾ ਡਾਇਗਨੋਸਿਸ ਬਣਾ ਸਕਦੇ ਆ। ਫਿਰ ਅਸੀਂ ਇਵੇਂ ਹਾਰਡ ਪੈਲਟ ਜਾਂ ਤਾਲੂ ਦਾ ਵੀ ਸਕ੍ਰੈਪਿੰਗ ਲੈ ਸਕਦੇ ਆ। ਕਨਫਰਮ ਕਰਨ ਵਾਸਤੇ ਅਸੀਂ ਹਿਸਟੋਪੈਥੋਲੋਜੀ ਤੇ ਇਹਦਾ ਕਲਚਰ, ਫੰਗਲ ਕਲਚਰ ਵੀ ਕਰਾ ਸਕਦੇ ਆ। ਇਹ ਜਿਹੜਾ KOH ਮਾਊਂਟ ਵਾਲਾ ਤਾਂ ਸਾਨੂੰ ਵਿਦਨ ਆਵਰਸ ਹੀ ਪਤਾ ਲੱਗ ਜਾਂਦਾ ਹੈ, ਪਰ ਜਿਹੜਾ ਕਲਚਰ ਹੈ ਉਹਦੀ 3 to 7 ਦਿਨ ਦੇ ਵਿੱਚ ਰਿਪੋਰਟ ਆਉਂਦੀ ਹੈ। ਜਾਂ ਕਈ ਵਾਰੀ ਮਰੀਜ਼ਾਂ ਦਾ ਜ਼ਿਆਦਾ ਹੋਣ ਕਰਕੇ 2 ਤੋਂ 3 ਹਫ਼ਤੇ ਵੀ ਲੱਗ ਸਕਦੇ ਹੈ। ਚੌਥਾ ਜਿਹੜਾ ਇਹ ਹੈ ਕਿ ਅਸੀਂ ਕਨਫਰਮ ਕਰਨ ਵਾਸਤੇ ਇਹਨੂੰ ਹਿਸਟੋਪੈਥੋਲੋਜੀ ਕਰ ਸਕਦੇ ਹਾਂ। ਪਰ ਅਗਲਾ ਪੁਆਇੰਟ ਇਹ ਹੈ ਕਿ ਅਸੀਂ ਇਹ ਡਾਇਗਨੋਸ ਹੋਣ ਤੋਂ ਬਾਅਦ ਅਸੀਂ
ਜਿਹੜਾ ਸਰਕਾਰ ਵੱਲੋਂ ਇਹ ਅੱਜ ਦੀ ਡੇਟ ਦੇ ਵਿੱਚ ਇਹਦੇ ਟ੍ਰੀਟਮੈਂਟ ਵਾਸਤੇ ਜਿਹੜੀ ਹੈ ਉਹ ਦਵਾਈ ਹੈ ਬਹੁਤ ਕਾਸਟਲੀ ਹੈ। ਜਿਵੇਂ ਕਿ ਐਮਫੋਟੈਰੀਸਨ ਬੀ ਦਵਾਈ ਹੈਗੀ ਹੈ, ਉਹ ਸਰਕਾਰ ਕੋਲੇ ਹੀ ਉਪਲਬਧ ਹੈ। ਜਦੋਂ ਡਾਇਗਨੋਸ ਕਰਕੇ ਅਸੀਂ ਉਹਨੂੰ ਆਪਣਾ ਕਨਫਰਮ ਕਰ ਦਿੰਦੇ ਹਾਂ ਤਾਂ ਫਿਰ ਸਰਕਾਰ ਉਹ ਦਵਾਈ ਇਸ਼ੂ ਕਰ ਦਿੰਦੀ ਹੈ। ਹਾਂ, ਸੋ ਹੁਣ ਡਾਕਟਰ ਸਾਹਿਬ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਇਸ ਟਾਈਮ ਇਸ ਬਿਮਾਰੀ ਦਾ ਪ੍ਰਕੋਪ ਕਿੰਨਾ ਕੁ ਆ ਆਪਣੇ ਅਦਾਰੇ ਦੇ ਵਿੱਚ, ਕਿਉਂਕਿ ਤੁਹਾਡੇ ਕੋਲ ਐਕਸਪਰਟ ਕਮੇਟੀ ਮੈਂਬਰ ਦੇ ਤੌਰ ਤੇ ਸਾਰੀ ਜਾਣਕਾਰੀ ਹੈ, ਸੋ ਆਪਾਂ ਉਹ ਵੀ ਪਲੀਜ਼ ਦਰਸ਼ਕਾਂ ਨੂੰ ਦੱਸਣਾ ਚਾਹੀਏ। ਇਸ ਬਿਮਾਰੀ ਨੇ ਦੀ 2020 ਦੇ ਵਿੱਚ ਸਾਡੇ ਕੋਲੇ ਮਾਰਚ ਦੇ ਵਿੱਚ ਕੋਵਿਡ-19 ਬਿਮਾਰੀ ਆਈ ਸੀ। ਉਹ ਪਹਿਲੀ ਵੇਵ ਸੀ। ਹੁਣ ਇਸ ਵਾਰ ਸਾਡੀ ਦੂਜੀ ਵੇਵ ਚੱਲ ਰਹੀ ਹੈ ਔਰ ਪਹਿਲੇ ਵੇਵ ਦੇ ਵਿੱਚ ਜ਼ਿਆਦਾਤਰ ਬਿਰਧ ਜਾਂ ਵੱਡਿਆਂ ਮਤਲਬ ਦੇ ਅਡਲਟਸ ਤੇ ਇਫੈਕਟ ਸੀ। ਇਸ ਵਾਰ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਯੰਗ ਵੀ ਆ ਗਏ ਹੈ। ਸੋ ਇਸ ਬਿਮਾਰੀ ਦੇ ਵਿੱਚ ਜਿਹੜੇ ਨੰਬਰ ਆਫ ਕੇਸਿਸ ਇਹ ਵੱਧ ਹੋਣ ਕਰਕੇ ਔਰ ਇਹ ਬਿਮਾਰੀ ਦੇ ਵਿੱਚ ਕੰਪਲੀਕੇਸ਼ਨ ਰੇਟ ਜ਼ਿਆਦਾ ਵੱਧ ਗਿਆ, ਕਿਉਂਕਿ ਇਹ ਪਿਛਲੇ ਵਾਰੀ ਸਾਡੇ ਲੋਕਡਾਊਨ ਸੀਗਾ, ਉਦੋਂ ਇਹਦਾ ਇੰਨਾ ਜ਼ਿਆਦਾ ਨਹੀਂ ਪਤਾ ਲੱਗਿਆ। ਇਸ ਵਾਰ ਲੋਕਡਾਊਨ ਘੱਟ ਹੋਣ ਕਰਕੇ ਔਰ ਟੈਸਟਿੰਗ ਜ਼ਿਆਦਾ ਹੋਣ ਕਰਕੇ, ਕਿਉਂਕਿ ਟੈਸਟਿੰਗ ਬਹੁਤ ਜ਼ਿਆਦਾ ਹੋਈ ਹੈ, ਮਰੀਜ਼ ਡਿਟੈਕਟ ਵੀ ਜ਼ਿਆਦਾ ਹੋਏ ਹੈ ਔਰ ਉਸ ਤੋਂ ਬਾਅਦ ਅਸੀਂ ਪਿੰਡਾਂ ਦੇ ਵਿੱਚ ਆਈਸੋਲੇਸ਼ਨ ਕਰਵਾਈ ਹੈ ਔਰ ਫਤਿਹ ਕਿੱਟ ਹੈ ਜਿਹੜੀਆਂ ਉਹ ਸਟੇਟ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ। ਉਹ ਫਤਿਹ ਕਿੱਟਸ ਉਹ ਘਰ ਘਰ ਦੇ ਜਿਹਦੇ ਵਿੱਚ ਕਿ ਤੁਹਾਨੂੰ ਆਕਸੀਜਨ ਜਿਹੜਾ ਆਕਸੀਮੀਟਰ ਵਗੈਰਾ ਔਰ ਤੇ ਟੈਂਪਰੇਚਰ ਲੈਣ ਵਾਸਤੇ ਤੇ ਪੈਰਾਸੀਟਾਮੋਲ ਵਗੈਰਾ ਦਿੰਦੇ ਆ ਔਰ ਮਰੀਜ਼ ਆਪਣੇ ਆਪ ਇਲਾਜ ਆਪਣਾ ਖੁਦ ਘਰ ਦੇ ਵਿੱਚ ਕਰਦਾ ਹੈ। ਪਰ ਉਹਦੇ ਨਾਲ ਨਾਲ ਸੁਣੀ ਸੁਣਾਈ ਗੱਲ ਦੇ ਨਾਲ ਉਹ ਸਟੀਰੋਇਡ ਵੀ ਲੈ ਲੈਂਦੇ ਆ। ਸਟੀਰੋਇਡ ਜਿਹੜੇ ਹੈ ਕਿ ਕਾਰਨ ਅੱਜ ਦੀ ਡੇਟ ਦੇ ਵਿੱਚ ਮਿਊਕਰਮਾਈਕੋਸਿਸ ਦਾ ਵੱਡਾ ਕਾਰਨ ਬਣ ਚੁੱਕਿਆ ਹੈ ਕਿ ਜ਼ਿਆਦਾ ਮਾਤਰਾ ਦੇ ਵਿੱਚ ਸਟੀਰੋਇਡ ਲੈਣ ਨਾਲ ਔਰ ਸ਼ੂਗਰ ਵੱਧ ਜਾਣ ਨਾਲ ਇਹ ਦੋ ਮੇਜਰ ਕਾਰਨ ਹੈ ਤੇ ਉਹਦੇ ਕਾਰਨ ਮਿਊਕਰਮਾਈਕੋਸਿਸ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਗਏ ਹੈ ਤੇ ਉਹਨਾਂ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕੇ ਹੈ ਨੈਸ਼ਨਲ ਲੈਵਲ ਤੇ। ਇਹ ਆਲਦੋ ਅਮਰੀਕਾ ਦੇ ਵਿੱਚ ਇਹ ਮਿਊਕਰਮਾਈਕੋਸਿਸ ਇੰਨਾ ਨਹੀਂ ਸੀ, ਸਾਡਾ ਟ੍ਰੋਪੀਕਲ ਕੰਟਰੀ ਹੋਣ ਕਰਕੇ ਇੱਥੇ ਇਹ ਕੇਸਿਸ ਜ਼ਿਆਦਾ ਡਿਟੈਕਟ ਹੋ ਰਹੇ ਆ। ਸੋ ਆਪਣੇ ਮੈਡੀਕਲ ਕਾਲਜ ਦੇ ਵਿੱਚ 10 ਦੇ ਲਗਭਗ ਇਹਦੇ ਮਰੀਜ਼ ਜਿਹੜੇ ਆ ਮਿਊਕਰਮਾਈਕੋਸਿਸ ਦੇ ਮਿਲੇ ਆ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾ ਐਡਵਾਂਸ ਸਟੇਜ ਹੋਣ ਕਰਕੇ ਬਿਮਾਰੀ ਦੀ ਕੋਰੋਨਾ ਜਾਂ ਇਸ ਮਿਊਕਰ ਦੇ ਵੀ ਅਸਰ ਕਰਕੇ 2 ਦੀ ਡੈਥ ਕਨਫਰਮ ਹੈ। ਤਾਂ ਬਾਕੀ ਪੇਸ਼ੈਂਟਸ ਦਾ ਇਲਾਜ ਜਿਹੜਾ ਉਹ ਚੱਲ ਰਿਹਾ। ਤੇ ਹੁਣ ਡਾਕਟਰ ਸਾਹਿਬ ਆਪਾਂ ਦੱਸਣਾ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਕਿ ਇਹਦੇ ਬਚਾਅ ਵਾਸਤੇ ਜਿਵੇਂ ਥੋੜਾ ਕਲੀਨਲੀਨੈਸ ਜਾਂ ਜਿਵੇਂ ਰੈਫਰੀਜਰੇਟਰ ਦਾ ਕਿਸੇ ਵੇਲੇ ਕੋਈ ਰੋਲ ਹੋਵੇ, ਇਹ ਤੁਸੀਂ ਪਲੀਜ਼ ਆਪਾਂ ਇਹ ਦਰਸ਼ਕਾਂ ਨੂੰ ਆਪਾਂ ਜਾਣੂ ਕਰਾਈਏ ਇਹਦੇ ਬਾਰੇ ਵੀ ਬਚਾਅ ਵਾਸਤੇ ਕੀ ਕੀਤਾ ਜਾਵੇ। ਇਟ ਇਜ਼ ਆਲਵੇਜ਼ ਇਟਸ ਸੇਇੰਗ ਇਜ਼ ਦੈਟ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸਾਨੂੰ ਆਪਣੇ ਫਰਿੱਜਾਂ ਦੇ ਵਿੱਚ ਰਸੋਈਆਂ ਦੇ ਵਿੱਚ ਸਾਰੀ ਇਹਨਾਂ ਦੀ ਕਲੀਨਲੀਨੈਸ ਮੇਨਟੇਨ ਕਰਨੀ ਚਾਹੀਦੀ ਹੈ ਔਰ ਦੂਜਾ ਇੱਥੋਂ ਤੱਕ ਕਿ ਸਾਡੇ ਜਿਹੜੇ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੈ ਉਹਨਾਂ ਵਾਸਤੇ ਵੀ ਹਾਈਜੀਨ ਮੇਨਟੇਨ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਪੂਰੀ ਸੈਨੀਟੇਸ਼ਨ ਹੋਣੀ ਚਾਹੀਦੀ ਹੈ ਔਰ ਉੱਥੇ ਸੋਡੀਅਮ ਹਾਈਪੋਕਲੋਰਾਈਡ ਦਾ ਜਿਹੜਾ ਸਪਰੇਅ ਹੋਣੀ ਚਾਹੀਦੀ ਹੈ ਔਰ ਮਾਸਕ ਪਾਉਣੇ ਚਾਹੀਦੇ ਹੈ, ਸਰਜੀਕਲ ਮਾਸਕ, ਗਲਵਸ ਵੀ ਪਾਉਣੇ ਚਾਹੀਦੇ ਹੈ, ਕਿਉਂਕਿ ਇਹ ਇੱਕ ਮੈਂ ਤੁਹਾਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਕਿ ਇਹ ਕੰਟੈਜੀਅਸ ਡਿਜ਼ੀਜ਼ ਨਹੀਂ ਹੈ, ਇੱਕ ਮਰੀਜ਼ ਤੋਂ ਦੂਜੇ ਮਰੀਜ਼ ਨੂੰ ਨਹੀਂ ਲੱਗਦੀ। ਇਹ ਇੱਥੇ ਡਰਨ ਦੀ ਲੋੜ ਨਹੀਂ ਹੈ ਇਹਨਾਂ ਮਰੀਜ਼ਾਂ ਦੇ ਇਲਾਜ ਕਰਨ 'ਚ, ਕਿਉਂਕਿ ਇਹ ਕਰੀਬ 2-3 ਪਹਿਲੇ ਹਫ਼ਤੇ ਕੋਵਿਡ ਹੁੰਦਾ, ਉਸ ਤੋਂ ਬਾਅਦ ਫਿਰ 2-3 ਹਫ਼ਤੇ ਇਹ ਆਪਣੀਆਂ ਕੰਪਲੀਕੇਸ਼ਨਾਂ ਆ ਜਾਂਦੀਆਂ, ਉਦੋਂ ਕੋਵਿਡ ਪੇਸ਼ੈਂਟ ਨੈਗੇਟਿਵ ਹੋ ਜਾਂਦਾ। ਸੋ ਇਹ ਕੰਟੈਜੀਅਸ ਨਹੀਂ ਹੈ, ਇੱਕ ਦੂਜੇ ਤੋਂ ਫੈਲਦੀ ਨਹੀਂ ਹੈ। ਸੋ ਇਸ ਬਿਮਾਰੀ ਵਾਸਤੇ ਸਾਨੂੰ ਇਹਦੇ ਆਪਣਾ ਟੈਸਟ ਵਗੈਰਾ ਕਰਵਾ ਕੇ ਔਰ ਇਹਦਾ ਇਲਾਜ ਟਾਈਮ ਸਿਰ ਕਰਨਾ ਚਾਹੀਦਾ। ਮੈਂ ਸਾਡੇ ਇੱਕ ਬਹੁਤ ਹੀ ਪਿੱਛੇ ਵੈਬੀਨਾਰ ਦੇ ਵਿੱਚ ਇੱਕ PGI ਦੇ HOD ਕਹਿ ਰਹੇ ਸੀ ਕਿ ਉਹਨਾਂ ਨੇ ਸਵੇਰੇ ਮਰੀਜ਼ ਦੇਖਿਆ ਤਾਂ ਉਹਦਾ ਨੱਕ ਦੇ ਵਿੱਚ ਪ੍ਰੋਬਲਮ ਸੀ, ਤਾਂ ਸ਼ਾਮ ਨੂੰ ਉਹਨਾਂ ਨੇ ਜਾ ਕੇ ਚੈੱਕ ਕੀਤਾ ਤਾਂ ਉਹਦੇ ਗਲੇ ਦੇ ਵਿੱਚ ਵੀ ਉਹਦਾ ਤਾਲੂਏ 'ਚ ਵੀ ਆਈ ਹੋਈ ਸੀ ਔਰ ਸਾਨੂੰ ਜਲਦੀ ਤੋਂ ਜਲਦੀ ਉਹਦਾ ਆਪਰੇਸ਼ਨ ਕਰਨਾ ਪਿਆ, ਕਿਉਂਕਿ ਜੇ ਅਸੀਂ ਇੱਥੇ ਡਿਲੇ ਕਰਦੇ ਹਾਂ
ਤਾਂ ਉਹ ਫਿਰ ਫੰਗਸ ਨੱਕ ਦੇ ਵਿੱਚੋਂ, ਅੱਖ ਦੇ ਵਿੱਚੋਂ ਦਿਮਾਗ ਦੇ ਵਿੱਚ, ਜਦੋਂ ਇਹ ਦਿਮਾਗ 'ਚ ਚਲੀ ਜਾਂਦੀ ਹੈ ਫਿਰ ਇਹਦਾ ਡੈਥ ਰੇਟ ਹੈ ਉਹ 50 ਤੋਂ ਲੈ ਕੇ 80% ਤੱਕ ਮਰੀਜ਼ ਸਾਡੇ ਤੋਂ ਬਚਾਏ ਨਹੀਂ ਜਾ ਸਕਦੇ। ਇਹ ਇਸ ਕਰਕੇ ਇਹਨਾਂ ਦਾ ਇਸ ਬਿਮਾਰੀ ਦਾ ਪਹਿਲੇ ਆਪਣਾ ਜਦੋਂ ਪਤਾ ਕੀਤਾ ਜਾਂਦਾ ਉਦੋਂ ਹੀ ਇਹਦਾ ਇਲਾਜ ਕਰਨਾ ਜ਼ਰੂਰੀ ਬਣਦਾ ਹੈ। ਤਾਂ ਡਾਕਟਰ ਸਾਹਿਬ ਤੁਸੀਂ ਦੱਸਿਆ ਬੜਾ ਅੱਛਾ ਕਿ ਐਂਫੋਟੈਰੀਸਿਨ ਇੰਜੈਕਸ਼ਨ ਹੈ ਜੋ ਸਰਕਾਰੀ ਤੌਰ ਤੇ ਉਪਲਬਧ ਕਰਾਇਆ ਗਿਆ। ਤਾਂ ਵੈਸੇ ਇਹਦੀ ਡਾਇਗਨੋਸਿਸ ਬਣਾਉਣ ਵਾਸਤੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਬ੍ਰੇਨ ਨੂੰ ਚਲੀ ਗਈ ਤਾਂ ਸੀਟੀ ਸਕੈਨ, MRI ਸਕੈਨ, ਸਾਰੀਆਂ ਟੈਸਟਿੰਗ ਤੋਂ ਬਾਅਦ ਇਹਦੇ ਐਕਸਟੈਂਟ ਦਾ ਪਤਾ ਲੱਗਦਾ ਕਿ ਕਿੱਥੇ ਤੱਕ ਇਹ ਪਹੁੰਚ ਚੁੱਕੀ ਹੈ। ਸਰਜਰੀ ਦਾ ਵੀ ਕੋਈ ਰੋਲ ਇਹਦੇ ਵਿੱਚ ਆਪਾਂ ਚਾਹੀਏ ਕਿ ਪੇਸ਼ੈਂਟ ਤਾਂ ਕਿ ਬਚ ਵੀ ਸਕਣ, ਔਰ ਜੇ ਕਿਸੇ ਨੂੰ ਗੁੰਝਲ ਲੱਗਦੀ, ਕੰਪਲਿਕੇਸ਼ਨ ਲੱਗਦੀ ਹੈ, ਟਾਈਮ ਨਾਲ ਲੈ ਕੇ ਆਉਣ, ਤਾਂ ਸਰਜਰੀ ਦਾ ਕਿਸ ਤਰ੍ਹਾਂ ਦਾ ਇਹਦੇ ਚ ਰੋਲ ਆ ਵੀ ਡਾਕਟਰ ਕੁਲਵਿੰਦਰ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ, ਕਿਉਂਕਿ ਇਹ ਜੇ ਪੇਸ਼ੈਂਟ ਦੀ ਡਾਇਗਨੋਸਿਸ ਤੋਂ ਬਾਅਦ ਜਿਹੜਾ ਇਹਦੀ ਆਪਣਾ ਸਰਜਰੀ ਦੇ ਡੀਬਰਾਈਡਮੈਂਟ ਇਹਨੂੰ ਕਹਿੰਦੇ ਆ, ਜੇ ਅਸੀਂ ਨੱਕ ਦਾ ਆਪਰੇਸ਼ਨ ਕਰ ਦਈਏ ਜਾਂ ਜਬਾੜੇ ਦਾ ਆਪਰੇਸ਼ਨ ਕਰ ਦਈਏ ਜਾਂ ਕਈ ਵਾਰੀ ਅੱਖ ਦਾ ਆਪਰੇਸ਼ਨ, ਅੱਖ ਵੀ ਕੱਢਣੀ ਪੈਂਦੀ ਹੈ, ਉਹ ਟਾਈਮਲੀ ਆਪਰੇਸ਼ਨ ਕਰ ਦਈਏ, ਉਹਦਾ ਮਤਲਬ ਕਿ ਉਹਦੇ ਤੋਂ ਪਹਿਲਾਂ ਵੀ ਐਂਫੋਟੈਰੀਸਿਨ ਵੀ ਚੱਲ ਰਹੀ ਸੀ ਤੇ ਪਿੱਛੋਂ ਵੀ ਆਪਰੇਸ਼ਨ ਤੋਂ ਬਾਅਦ ਐਂਫੋਟੈਰੀਸਿਨ ਵੀ 1 ਮਹੀਨੇ ਦੇ ਕਰੀਬ ਚੱਲੂਗੀ। ਉਸ ਤੋਂ ਬਾਅਦ ਫਿਰ ਅਸੀਂ ਪੋਸਾਕੋਨਾਜ਼ੋਲ ਤੇ ਦੂਜੀਆਂ ਜਿਹੜੀਆਂ ਓਰਲ ਐਂਟੀਫੰਗਲ ਦੇ ਦਿੰਦੇ ਆ। ਉਹਦੇ ਨਾਲ ਕਲੀਨਲੀਨੈਸ ਇੱਕ ਬਹੁਤ ਜ਼ਰੂਰੀ ਹੈ, ਔਰ ਐਜ ਏ ENT ਸਪੈਸ਼ਲਿਸਟ ਇਹਨਾਂ ਦਾ DNE ਡਾਇਗਨੋਸਟਿਕ ਨੇਜ਼ਲ ਇੰਡੋਸਕੋਪੀ ਰੈਗੂਲਰਲੀ ਹੋਣੀ ਜ਼ਰੂਰੀ ਹੈ, ਕਿਉਂਕਿ ਰਿਕਰੈਂਸ ਰੇਟ ਹੈ ਜਿਹੜਾ ਉਹ ਦੁਬਾਰਾ ਇਸ ਫੰਗਲ ਦਾ ਹੋਣਾ ਮਤਲਬ ਹੋ ਜਾਂਦਾ ਹੈ। ਇਸ ਕਰਕੇ ਸਾਨੂੰ ਉਹਨਾਂ ਦਾ ਰੈਗੂਲਰ ਚੈੱਕਅਪ ਹੋਣਾ ਮਰੀਜ਼ਾਂ ਦਾ ਕਰਨਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਜਾਗਰਤ ਕਰਨਾ ਚਾਹੁੰਦਾ ਕਿ ਇਹ ਮਿਊਕਰਮਾਈਕੋਸਿਸ ਕੋਈ ਅੱਜ ਦੀ ਬਿਮਾਰੀ ਨਹੀਂ ਹੈ, ਇਹ ਪਹਿਲਾਂ ਵੀ ਬਿਮਾਰੀ ਹੈਗੀ ਸੀ ਤੇ ਪਹਿਲਾਂ ਵੀ ਮਰੀਜ਼ਾਂ ਨੂੰ ਹੁੰਦੀ ਸੀ, ਔਰ ਉਹ ਵੱਡੇ ਹਸਪਤਾਲਾਂ 'ਚ ਕੇਸਿਸ ਆਪਰੇਟ ਹੁੰਦੇ ਸੀ। ਪਰ ਹੁਣ ਕੋਵਿਡ-19 ਦੇ ਨਾਲ ਇਹਦੇ ਨੰਬਰ ਆਫ ਕੇਸਿਸ ਵੱਧ ਗਏ ਹੈ, ਕਿਉਂਕਿ ਉਹਨਾਂ ਦੇ ਵਿੱਚ ਜਿਹੜੀਆਂ ਡਰੱਗਸ ਯੂਜ਼ ਹੋਈਆਂ ਉਹ ਸਟੀਰੋਇਡ ਜਾਂ ਹਾਈਪਰਗਲਾਈਸੀਮੀਆ ਕਰਕੇ, ਡਾਇਬਟੀਜ਼ ਜਾਂ ਸ਼ੂਗਰ ਵੱਧ ਜਾਣ ਕਰਕੇ, ਜਾਂ ਆਕਸੀਜਨ ਦੀ ਹੋਣ ਕਰਕੇ, ਆਕਸੀਜਨ ਦੀਆਂ ਪਾਈਪਾਂ ਦੇ ਵਿੱਚ ਕੰਟੈਮੀਨੇਸ਼ਨ ਹੋਣ ਕਰਕੇ, ਜਾਂ ਕਿੰਨੇ ਹੀ ਫੈਕਟਰ ਹੈ ਉਹਨਾਂ ਦੇ ਕਰਕੇ ਇਹ ਨੰਬਰ ਆਫ ਕੇਸਿਸ ਵੱਧ ਗਏ ਹੈ, ਔਰ ਇੱਕ ਬੜਾ ਚਿੰਤਾ ਦਾ ਵਿਸ਼ਾ ਬਣ ਗਿਆ ਸਾਡੇ ਨੈਸ਼ਨਲ, ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ। ਔਰ ਇਸ ਤੇ ਘਬਰਾਉਣ ਦੀ ਲੋੜ ਨਹੀਂ ਹੈ। ਆਪਾਂ ਸਾਰਿਆਂ ਨੇ ਰਲ ਮਿਲ ਕੇ, ਜਿਵੇਂ ਪਿਛਲੇ ਵਾਰੀ ਨਾਲੋਂ ਹੁਣ ਅਸੀਂ ਵਾਈਜ਼ਰ ਹੋ ਗਏ ਹਾਂ ਆਪਣਾ ਕੋਵਿਡ ਨੂੰ ਟ੍ਰੀਟ ਕਰਨ 'ਚ, ਇਵੇਂ ਇਸ ਫੰਗਲ ਬਿਮਾਰੀ, ਇਸ ਉੱਲੀ ਦੀ ਬਿਮਾਰੀ ਨੂੰ ਅਸੀਂ ਇਲਾਜ ਕਰਨ ਵਾਸਤੇ ਵੀ ਪੂਰੇ अपना ठीक हो जाएंगे। मैं धन्यवाद करता हूं उन दोनों डॉक्टरों का। ये डॉक्टर मंजीत सिंह जो प्रोफेसर और हेड है ENT विभाग के, और ये जो असिस्टेंट प्रोफेसर हैं डॉक्टर कुलविंदर संधू ENT विभाग के, इन्होंने बड़े ही विस्तार से बताया है कि ये जो ब्लैक फंगस, वाइट फंगस और येलो फंगस आई हैं, इनसे घबराने की ज़रूरत नहीं है। ये पहले भी यहाँ पर एग्जिस्ट करती थी, लेकिन कोरोना काल के दौरान लोगों की इम्यूनिटी कमज़ोर हो गई, यानी कि बीमारियों से लड़ने की उनकी क्षमता कम हो गई, इसलिए ये बीमारियाँ हम पर हावी हो रही हैं। इनसे कैसे बचा जा सकता है ये सारा इन्होंने आपको बता दिया है। हमारी कोशिश यही थी कि लोग घबराएं नहीं। अगर उन्हें अपने बॉडी पार्ट में कहीं भी कुछ चेंजेस नज़र आता है तो वह अपने डॉक्टर से संपर्क करें, क्योंकि समय रहते अगर आप डॉक्टर से संपर्क करते हैं तो आपकी बीमारी का इलाज संभव है। अमृतसर से D4 न्यूज़ के लिए दीपक भंडारी की खास रिपोर्ट।